ਹੈਲੋ ਸਟੂਡੈਂਟਸ ਆਫ ਕਲਾਸ +2 ਬੇਟਾ ਤੁਹਾਡੇ ਮੈਸੇਜ ਆ ਰਹੇ ਸੀ ਕਿ ਮੈਮ ਸਾਨੂੰ +2 ਦਾ ਟਰਮ 2 ਦਾ ਜੋ ਫਾਈਨਲ ਐਗਜ਼ਾਮ ਹੋਣਾ ਹੈ ਉਸ ਦਾ ਸਿਲੇਬਸ ਤੇ ਪੈਟਰਨ ਦੱਸ ਦਿਓ। ਸੋ ਅੱਜ ਆਪਾਂ ਸਿਲੇਬਸ ਤੇ ਪੈਟਰਨ ਡਿਸਕਸ ਕਰਾਂਗੇ। ਬੇਟਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਸਿਲੇਬਸ ਦੀ। ਸਿਲੇਬਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਬੁੱਕ ਹੈ ਉਸ ਦੇ 3 ਪਾਰਟ ਹੈ। ਪਹਿਲੇ ਪਾਰਟ ਦੇ ਵਿੱਚ ਲੈਸਨਸ ਹੈਗੇ ਆ, ਲੈਸਨਸ ਫॉर ਇੰਟੈਂਸਿਵ ਸਟੱਡੀ। ਦੂਸਰੇ ਪਾਰਟ ਵਿੱਚ ਹੈਗੀਆਂ ਪੋਇਮਸ ਅਤੇ ਤੀਸਰੇ ਪਾਰਟ ਵਿੱਚ ਹੈ ਲੈਸਨਸ ਫॉर ਐਕਸਟੈਂਸਿਵ ਸਟੱਡੀ। ਜਿਹੜੇ ਤੁਹਾਡੇ ਲੈਸਨਸ ਫॉर ਇੰਟੈਂਸਿਵ ਸਟੱਡੀ ਹੈ ਉਹਦੇ ਵਿੱਚ ਤੁਹਾਡੇ 4 ਹੀ ਚੈਪਟਰ ਹੈ। ਪਹਿਲਾ ਹੈ ਦ ਸਟੋਰੀ ਆਫ ਮਾਈ ਲਾਈਫ, ਦੂਸਰਾ ਹੈ ਟੂ ਜੈਂਟਲਮੈਨ ਆਫ ਵਿਰੋਨਾ, ਤੀਸਰਾ ਹੈ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਅਤੇ ਚੌਥਾ ਹੈ ਗਦਰੀ ਬਾਬਾਜ਼ ਇਨ ਕਾਲਾ ਪਾਣੀ ਜੇਲ੍ਹ। ਪਾਰਟ 2 ਦੇ ਵਿੱਚ ਸਾਡੀਆਂ 3 ਹੀ ਪੋਇਮਸ ਹੈ, ਫਾਦਰ ਰਿਟਰਨਿੰਗ ਹੋਮ, ਦ ਰੋਡ ਨਾਟ ਟੇਕਨ ਅਤੇ ਤੀਸਰੀ ਹੈ ਔਨ ਹਿਜ਼ ਬਲਾਈਂਡਨੈਸ। ਜਿਹੜਾ ਸਾਡੀ ਬੁੱਕ ਦਾ ਪਾਰਟ 3 ਹੈ ਲੈਸਨਸ ਫॉर ਐਕਸਟੈਂਸਿਵ ਸਟੱਡੀ, ਉਹਦੇ ਵਿੱਚ ਸਾਡੇ 3 ਹੀ ਚੈਪਟਰ ਹੈ, ਦ ਗੋਲਡ ਫਰੇਮ, ਦ ਬਾਰਬਰਸ ਟ੍ਰੇਡ ਯੂਨੀਅਨ ਅਤੇ ਤੀਸਰਾ ਹੈ ਦ ਬੁੱਲ ਬਨੀਥ ਦਾ ਅਰਥ। ਬੇਟਾ ਬੁੱਕ ਦੇ ਵਿੱਚ ਸਾਡੇ ਟੋਟਲ ਆਹੀ ਚੈਪਟਰਸ ਹੈ ਜਿਹੜੇ ਕਿ ਸਾਡੇ ਟਰਮ 2 ਐਗਜ਼ਾਮ ਦੇ ਵਿੱਚ ਫਾਈਨਲ ਐਗਜ਼ਾਮ ਦੇ ਵਿੱਚ ਆਉਣੇ ਹੈ। ਨੈਕਸਟ ਆ ਬੇਟਾ ਸਾਡਾ ਗ੍ਰਾਮਰ ਦੇ ਵਿੱਚ ਕੀ ਆਉਣਾ ਹੈ, ਯੂਜ਼ ਆਫ ਨੋਨ ਫਾਈਨਾਈਟਸ, ਦੂਸਰਾ ਹੈ ਵੋਇਸ, ਚੇਂਜ ਦਾ ਵੋਇਸ, ਤੀਸਰਾ ਹੈ ਟਰਾਂਸਲੇਸ਼ਨ ਜੋ ਕਿ ਆਪਾਂ ਇੰਗਲਿਸ਼ ਤੋਂ ਪੰਜਾਬੀ ਜਾਂ ਹਿੰਦੀ ਵਿੱਚ ਲਿਖਣੀ ਹੋਏਗੀ, ਅਤੇ ਦੂਸਰਾ ਪੰਜਾਬੀ ਜਾਂ ਹਿੰਦੀ ਦਾ ਸੈਂਟੈਂਸ ਦਿੱਤਾ ਹੋਏਗਾ ਉਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਲਿਖਣਾ ਹੋਏਗਾ। ਇਸ ਤੋਂ ਇਲਾਵਾ ਕੰਪੋਜੀਸ਼ਨ ਦੇ ਵਿੱਚ ਇੱਕ ਸਾਡੀ ਆਏਗੀ ਪ੍ਰੈਸੀ ਰਾਈਟਿੰਗ, ਨੰਬਰ 2 ਦੇ ਵਿੱਚ ਸਾਨੂੰ ਲੈਟਰ ਰਾਈਟਿੰਗ ਜਾਂ ਐਪਲੀਕੇਸ਼ਨ ਰਾਈਟਿੰਗ, ਦੋਹਾਂ ਵਿੱਚੋਂ ਕੋਈ ਵੀ ਹੋ ਸਕਦੀ ਹੈ। ਤੀਸਰਾ ਹੈ ਐਕਸਪਲੇਨ ਨਿਊਜ਼ਪੇਪਰ ਹੈਡਲਾਈਨਸ ਜਾਂ ਈਮੇਲ ਰਾਈਟਿੰਗ। ਸੋ ਇਹ ਸੀ ਸਾਡਾ ਸਿਲੇਬਸ ਜਿਹੜਾ ਕਿ ਟਰਮ 2 ਦੇ ਫਾਈਨਲ ਐਗਜ਼ਾਮ ਦੇ ਵਿੱਚ ਆਏਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਪੇਪਰ ਦਾ ਪੈਟਰਨ ਕੀ ਹੈ ਅਤੇ ਕਿੰਨੇ ਮਾਰਕਸ ਦਾ ਹੈ। ਤਾਂ ਬੇਟਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤੁਹਾਡਾ ਟਰਮ 2 ਦਾ ਫਾਈਨਲ ਐਗਜ਼ਾਮ ਹੈ ਉਸ ਦਾ ਪੈਟਰਨ ਕੀ ਹੋਏਗਾ। ਤਾਂ ਬੇਟਾ ਇਸ ਵਾਰ ਜਿਹੜਾ ਤੁਹਾਨੂੰ ਪੇਪਰ ਆਉਣਾ ਥਿਊਰੀ ਦਾ ਉਹ ਸਿਰਫ 40 ਮਾਰਕਸ ਦਾ ਆਉਣਾ, 40 ਮਾਰਕਸ ਦਾ ਆਉਣਾ, ਅਤੇ ਪੇਪਰ ਦਾ ਜਿਹੜਾ ਟਾਈਮ ਹੈ ਇਸ ਵਾਰ 3 ਘੰਟੇ ਨਹੀਂ ਬਲਕਿ 2 ਘੰਟੇ ਹੋਏਗਾ। ਅਗਲੀ ਗੱਲ ਹੈ ਕਿ ਜਿਹੜੀ ਸਾਡੀ ਬੁੱਕ ਹੈ, ਬੁੱਕ ਦੇ ਵਿੱਚੋਂ ਜਿਹੜੇ ਕੁਐਸਚਨ ਪੁੱਛੇ ਜਾਣਗੇ ਉਹ ਸਿਰਫ 19 ਮਾਰਕਸ ਦੇ ਹੋਣਗੇ ਅਤੇ 19 ਮਾਰਕਸ ਦੀ ਹੀ ਸਾਡੀ ਗ੍ਰਾਮਰ ਹੋਊਗੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਨੰਬਰਾਂ ਦੀ ਜੋ ਡਿਸਟਰੀਬਿਊਸ਼ਨ ਹੈ ਉਹ ਕਿਵੇਂ ਹੋਣੀ ਹੈ। ਤਾਂ ਬੇਟਾ ਜਿਹੜੀ ਆਪਣੀ ਬੁੱਕ ਹੈ ਉਸ ਦੇ ਵਿੱਚ 4 ਚੈਪਟਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਲੈਸਨਸ ਫॉर ਇੰਟੈਂਸਿਵ ਸਟੱਡੀ ਹੈ। ਉਹਨਾਂ 4 ਚੈਪਟਰਾਂ ਦੇ ਵਿੱਚੋਂ ਤੁਹਾਨੂੰ 4 ਕੁਐਸਚਨ ਪੁੱਛੇ ਜਾਣਗੇ, ਸ਼ਾਰਟ ਕੁਐਸਚਨਸ ਪੁੱਛੇ ਜਾਣਗੇ, ਜਿਨ੍ਹਾਂ ਦੀਆਂ ਇੱਕ ਮੈਂ ਵੀਡੀਓਜ਼ ਵੀ ਬਣਾ ਕੇ ਤੁਹਾਨੂੰ ਪਾਈਆਂ ਹੈਗੀਆਂ। ਉਹਨਾਂ 4 ਦੇ ਵਿੱਚੋਂ ਕੋਈ ਤੁਸੀਂ 2 ਕਰਨੇ ਹੋਣਗੇ। ਇੱਕ ਕੁਐਸਚਨ ਦੇ 2 ਮਾਰਕਸ ਹੈ ਅਤੇ 2 ਕੁਐਸਚਨਸ ਦੇ ਤੁਹਾਡੇ 4 ਮਾਰਕਸ ਹੋਣਗੇ। ਇਸ ਵਾਰ ਤੁਹਾਨੂੰ ਕੋਈ ਮਲਟੀਪਲ ਚੋਇਸ ਕੁਐਸਚਨ ਨਹੀਂ ਆਏਗਾ। ਜੋ ਵੀ ਕੁਐਸਚਨ ਹੋਏਗਾ ਉਸ ਨੂੰ ਤੁਸੀਂ ਧਿਆਨ ਨਾਲ ਪੜ੍ਹ ਕੇ ਆਪਣਾ ਆਨਸਰ ਆਪ ਹੀ ਲਿਖਣਾ ਹੋਏਗਾ। ਨੰਬਰ 2 ਇਹਦੇ ਵਿੱਚ ਹੀ ਇਸੇ ਬੁੱਕ ਦੇ ਹੀ ਜਿਹੜੇ ਲੈਸਨਸ ਫॉर ਇੰਟੈਂਸਿਵ ਐਕਸਟੈਂਸਿਵ ਸਟੱਡੀ ਹੈ, ਐਕਸਟੈਂਸਿਵ ਸਟੱਡੀ ਦੇ ਆਪਣੇ 3 ਹੀ ਚੈਪਟਰ ਹੈਗੇ ਹੈ। ਉਹਨਾਂ 3 ਚੈਪਟਰਾਂ ਦੇ ਵਿੱਚੋਂ ਵੀ ਤੁਹਾਨੂੰ 4 ਕੁਐਸਚਨ ਪੁੱਛੇ ਜਾਣਗੇ। ਉਹਨਾਂ 4 ਦੇ ਵਿੱਚੋਂ ਵੀ ਤੁਸੀਂ ਕੋਈ 2 ਕਰਨੇ ਹੋਣਗੇ। 2-2 ਨੰਬਰਾਂ ਦਾ ਇੱਕ ਕੁਐਸਚਨ ਹੋਏਗਾ। ਇਸ ਤਰ੍ਹਾਂ 2 ਕੁਐਸਚਨਾਂ ਦੇ 2-2 ਪੁੱਛੇ ਤਾਂ 4 ਮਾਰਕਸ ਦੇ ਤੁਹਾਡੇ ਕੁਐਸਚਨ ਹੋ ਜਾਣਗੇ। ਲੈਸਨਸ ਫॉर ਇੰਟੈਂਸਿਵ ਸਟੱਡੀ ਅਤੇ ਲੈਸਨਸ ਫॉर ਐਕਸਟੈਂਸਿਵ ਸਟੱਡੀ ਦੋਹਾਂ ਦੇ ਵਿੱਚੋਂ ਤੁਸੀਂ 2-2 ਕੁਐਸਚਨ ਕਰਨੇ ਹੋਣਗੇ, 4-4 ਪੁੱਛੇ ਜਾਣਗੇ, 8 ਮਾਰਕਸ ਦੇ ਹੋ ਜਾਣਗੇ। ਨੈਕਸਟ ਆ ਬੇਟਾ ਜਿਹੜਾ ਤੁਹਾਡਾ ਪੋਇਟਰੀ ਸੈਕਸ਼ਨ ਹੈ, ਉਸ ਪੋਇਟਰੀ ਸੈਕਸ਼ਨ ਦੇ ਵਿੱਚ ਤੁਹਾਡੀਆਂ 3 ਪੋਇਮਸ ਹੈ। ਉਹਨਾਂ 3 ਪੋਇਮਸ ਦੇ ਵਿੱਚੋਂ ਤੁਹਾਨੂੰ ਕੋਈ 2 ਸੈਂਟਰਲ ਆਈਡੀਆ ਪੇਪਰ ਦੇ ਵਿੱਚ ਆਉਣਗੇ ਅਤੇ ਤੁਸੀਂ ਕੋਈ ਦੋਹਾਂ ਦੇ ਵਿੱਚੋਂ ਇੱਕ ਕਰਨਾ ਹੋਏਗਾ ਅਤੇ ਇੱਕ ਸੈਂਟਰਲ ਆਈਡੀਆ 3 ਮਾਰਕਸ ਦਾ ਹੋਏਗਾ। ਨੈਕਸਟ ਹੈ ਜਿਹੜੀਆਂ ਆਪਣੀਆਂ ਦੋਨੋਂ ਬੁੱਕਸ ਹੈ ਲੈਸਨਸ ਫॉर ਇੰਟੈਂਸਿਵ ਸਟੱਡੀ ਅਤੇ ਲੈਸਨਸ ਫॉर ਐਕਸਟੈਂਸਿਵ ਸਟੱਡੀ। ਜਿਹੜੇ ਹੁਣ ਆਪਣੇ ਲੈਸਨਸ ਫॉर ਇੰਟੈਂਸਿਵ ਸਟੱਡੀ ਹੈ ਉਹਨਾਂ ਦੇ ਵਿੱਚੋਂ
4 ਚੈਪਟਰਾਂ ਦੇ ਵਿੱਚੋਂ ਤੁਹਾਨੂੰ ਕੋਈ 2 ਵੱਡੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਣਗੇ ਅਤੇ ਤੁਸੀਂ ਦੋਹਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੋਏਗਾ ਅਤੇ ਜਿਹੜਾ ਤੁਸੀਂ ਇੱਕ ਕੁਐਸਚਨ ਕਰਨਾ ਹੋਏਗਾ ਉਹਦੇ 4 ਮਾਰਕਸ ਹੋਣਗੇ। ਇਸੇ ਤਰ੍ਹਾਂ ਜਿਹੜੇ ਤੁਹਾਡੇ ਲੈਸਨਸ ਫॉर ਐਕਸਟੈਂਸਿਵ ਸਟੱਡੀ ਦੇ 3 ਚੈਪਟਰ ਹੈ ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ 2 ਕੁਐਸਚਨ ਪੁੱਛੇ ਜਾਣਗੇ ਅਤੇ ਤੁਸੀਂ ਇੱਕ ਕਰਨਾ ਹੋਏਗਾ, ਉਹ ਵੀ 4 ਮਾਰਕਸ ਦਾ ਹੋਏਗਾ। ਇਸ ਤਰ੍ਹਾਂ ਇਹ ਆਪਣੇ ਟੋਟਲ 19 ਮਾਰਕਸ ਦੀ ਆਪਣੀ ਬੁੱਕ ਹੋਏਗੀ, ਜਿਹੜੇ ਕਿ ਤੁਸੀਂ ਕੁਝ ਖਾਸ ਸਿਲੇਬਸ ਨਹੀਂ ਹੈਗਾ, ਇੱਕ ਤੁਸੀਂ ਵੱਡਾ ਕੁਐਸਚਨ ਕਰਨਾ ਹੋਏਗਾ 4 ਮਾਰਕਸ ਦਾ ਅਤੇ 2 ਕੁਐਸਚਨ ਤੁਸੀਂ ਸ਼ਾਰਟ ਕਰਨੇ ਹੋਣਗੇ 2 ਮਾਰਕਸ ਦੇ, ਅਤੇ ਇੱਕ ਸੈਂਟਰਲ ਆਈਡੀਆ 3 ਮਾਰਕਸ ਦਾ। ਅਤੇ ਬੇਟੇ ਹੁਣ ਆਪਾਂ ਗੱਲ ਕਰਦੇ ਹਾਂ ਗ੍ਰਾਮਰ ਅਤੇ ਕੰਪੋਜੀਸ਼ਨ ਪਾਰਟ ਦੀ। ਇਹ ਵੀ 19 ਮਾਰਕਸ ਦੀ ਆਉਣੀ ਹੈ। ਇਹਦੇ ਵਿੱਚ ਕੀ ਹੋਏਗਾ, ਇੱਕ ਕੁਐਸਚਨ ਤੁਹਾਡਾ ਹੋਏਗਾ ਡੂ ਐਸ ਡਾਇਰੈਕਟਡ। ਤੁਹਾਨੂੰ ਕੁਝ ਕੁਐਸਚਨ ਦਿੱਤੇ ਹੋਏ ਹੋਣਗੇ, ਉਹਨਾਂ ਵਿੱਚ ਲਿਖਿਆ ਹੋਏਗਾ ਕਿ ਉਹਨਾਂ ਦਾ ਕੀ ਕਰਨਾ ਹੈ। ਸਭ ਤੋਂ ਪਹਿਲਾਂ ਉਹਦੇ ਵਿੱਚ ਆਉਣਗੇ ਵੋਇਸ, ਚੇਂਜ ਦਾ ਵੋਇਸ। ਇਹ ਤੁਹਾਡੇ 2 ਨੰਬਰਾਂ ਦੇ 2 ਸੈਂਟੈਂਸਸ ਹੋਣਗੇ ਜਿਨ੍ਹਾਂ ਦੇ ਤੁਸੀਂ ਵੋਇਸ ਚੇਂਜ ਕਰਨੇ ਹੋਣਗੇ। ਨੰਬਰ 2 'ਤੇ ਬੀ ਪਾਰਟ ਵਿੱਚ ਨੋਨ ਫਾਈਨਾਈਟਸ। ਨੋਨ ਫਾਈਨਾਈਟਸ ਦੇ ਵੀ ਤੁਹਾਨੂੰ 2 ਕੁਐਸਚਨ ਆਉਣਗੇ 2 ਮਾਰਕਸ ਦੇ। ਉਸ ਤੋਂ ਅੱਗੇ ਹੋਏਗਾ ਟਰਾਂਸਲੇਸ਼ਨ ਕਰਨੀ ਹੋਏਗੀ। ਤੁਹਾਨੂੰ ਇੰਗਲਿਸ਼ ਦਾ ਇੱਕ ਸੈਂਟੈਂਸ ਦਿੱਤਾ ਹੋਏਗਾ, ਉਹਨੂੰ ਤੁਸੀਂ ਪੰਜਾਬੀ ਜਾਂ ਹਿੰਦੀ 'ਚ ਲਿਖਣਾ ਹੋਏਗਾ, ਉਹ ਇੱਕ ਹੀ ਆਉਣਾ 1 ਮਾਰਕ ਦਾ। ਇਸੇ ਤਰ੍ਹਾਂ ਟਰਾਂਸਲੇਸ਼ਨ ਹੋਏਗੀ, ਜਿਹੜੀ ਪੰਜਾਬੀ ਦਾ ਸੈਂਟੈਂਸ ਦਿੱਤਾ ਹੋਏਗਾ ਉਹਨੂੰ ਤੁਸੀਂ ਇੰਗਲਿਸ਼ 'ਚ ਲਿਖਣਾ ਹੋਏਗਾ, ਉਹ ਵੀ 1 ਮਾਰਕ ਦਾ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਗ੍ਰਾਮਰ ਪਾਰਟ ਹੈ ਇਹ ਹੋ ਗਿਆ 6 ਮਾਰਕਸ ਦਾ। ਉਸ ਤੋਂ ਅੱਗੇ ਹੈ ਪ੍ਰੈਸੀ ਰਾਈਟਿੰਗ। ਪ੍ਰੈਸੀ ਰਾਈਟਿੰਗ ਦੇ ਵਿੱਚ ਇਹ ਤੁਹਾਨੂੰ ਇੱਕ ਹੀ ਪੈਰਾਗ੍ਰਾਫ ਆਉਂਦਾ ਹੁੰਦਾ ਹੈ ਅਤੇ ਉਸੇ ਦੀ ਪ੍ਰੈਸੀ ਲਿਖਣੀ ਹੁੰਦੀ ਹੈ, ਉਹ ਹੈ 5 ਮਾਰਕਸ ਦੀ। ਨੈਕਸਟ ਹੈ ਲੈਟਰ ਰਾਈਟਿੰਗ। ਲੈਟਰ ਤੁਹਾਡੇ ਅਫੀਸ਼ੀਅਲ ਜਾਂ ਬਿਜ਼ਨਸ ਲੈਟਰ ਜਾਂ ਲੈਟਰਸ ਟੂ ਐਡੀਟਰਸ ਹੋ ਸਕਦੇ ਆ ਜਾਂ ਐਪਲੀਕੇਸ਼ਨਸ ਹੋ ਸਕਦੀਆਂ। ਕੋਈ ਵੀ 2 ਤੁਹਾਨੂੰ ਆਉਣਗੇ ਅਤੇ ਦੋਹਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਹੋਏਗਾ, ਉਹ ਹੈ 5 ਮਾਰਕਸ ਦਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਲੈਟਰ ਆ ਜਾਏ ਤੁਹਾਨੂੰ ਅਤੇ ਇੱਕ ਐਪਲੀਕੇਸ਼ਨ ਆ ਜਾਏ, ਇਸ ਤਰ੍ਹਾਂ ਨਹੀਂ ਹੈ, ਤੁਹਾਨੂੰ ਕੋਈ ਵੀ 2 ਚੀਜ਼ਾਂ ਆ ਸਕਦੀਆਂ। ਨੈਕਸਟ ਹੈ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨਸ ਜਾਂ ਈਮੇਲ ਰਾਈਟਿੰਗ। ਤੁਹਾਨੂੰ 2 ਚੀਜ਼ਾਂ ਦਿੱਤੀਆਂ ਹੋਣਗੀਆਂ, ਨਿਊਜ਼ਪੇਪਰ ਹੈਡਲਾਈਨਸ ਅਤੇ ਦੂਸਰਾ ਹੋਏਗਾ ਈਮੇਲ। ਤੁਸੀਂ ਦੋਹਾਂ ਵਿੱਚੋਂ ਕੋਈ ਇੱਕ ਕਰਨੀ ਹੋਏਗੀ, ਉਹ ਹੈ 3 ਮਾਰਕਸ ਦੀ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ 6 ਮਾਰਕਸ ਦੀ ਤੁਹਾਡੀ ਗ੍ਰਾਮਰ ਹੋ ਗਈ, 5 ਦੀ ਪ੍ਰੈਸੀ ਹੋ ਗਈ, 11 ਹੋ ਗਏ, ਅਤੇ 5 ਦੀ ਹੀ ਆਪਣੇ ਕੋਲ ਲੈਟਰ ਰਾਈਟਿੰਗ ਹੋ ਗਈ, 16 ਹੋ ਗਈ, ਅਤੇ 3 ਮਾਰਕਸ ਦੀ ਜਾਂ ਤਾਂ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨਸ ਹੈ ਜਾਂ ਈਮੇਲ ਰਾਈਟਿੰਗ ਹੈ। ਤਾਂ 19 ਮਾਰਕਸ ਦਾ ਇਹ ਪੇਪਰ ਹੋ ਗਿਆ ਤੁਹਾਡਾ। ਉਸ ਤੋਂ ਅੱਗੇ ਤੁਹਾਨੂੰ ਗੁੱਡ ਹੈਂਡ ਰਾਈਟਿੰਗ ਦੇ 2 ਮਾਰਕਸ ਹੈ। ਪੇਪਰ ਤੁਸੀਂ ਸਾਫ ਸੁਥਰਾ ਕਰਨਾ ਹੈ, ਨੀਟ ਐਂਡ ਕਲੀਨ ਹੋਣਾ ਚਾਹੀਦਾ, ਕੋਈ ਕਟਿੰਗ ਨਹੀਂ ਹੋਣੀ ਚਾਹੀਦੀ। ਤਾਂ 2 ਮਾਰਕਸ ਤੁਹਾਨੂੰ ਗੁੱਡ ਰਾਈਟਿੰਗ ਦੇ ਦਿੱਤੇ ਜਾਣਗੇ। ਨੈਕਸਟ ਹੈ ਤੁਹਾਡਾ ਲਿਸਨਿੰਗ ਅਤੇ ਸਪੀਕਿੰਗ ਸਕਿੱਲਸ ਬੇਸਡ ਔਨ ਪ੍ਰੈਕਟੀਕਲ ਐਗਜ਼ਾਮ। ਪ੍ਰੈਕਟੀਕਲ ਐਗਜ਼ਾਮ ਤੁਹਾਡਾ ਹੋਏਗਾ 15 ਮਾਰਕਸ ਦਾ, ਜਿਸ ਵਿੱਚ ਲਿਸਨਿੰਗ ਜਿਹੜੀ ਹੈ ਉਹ 9 ਮਾਰਕਸ ਦੀ ਹੈ ਅਤੇ ਸਪੀਕਿੰਗ ਹੈ ਜਿਹੜੀ ਉਹ 6 ਮਾਰਕਸ ਦੀ ਹੈ। ਲਿਸਨਿੰਗ ਟੈਸਟ ਦੇ ਲਈ ਤੁਹਾਨੂੰ ਇੱਕ ਸ਼ੀਟ ਦਿੱਤੀ ਜਾਏਗੀ ਜਿਹਦੇ ਉੱਪਰ 10 ਕੁਐਸਚਨਸ ਲਿਖੇ ਹੋਏ ਹੋਣਗੇ ਅਤੇ ਤੁਹਾਨੂੰ ਇੱਕ ਆਡੀਓ ਟੇਪ ਸੁਣਾਈ ਜਾਏਗੀ। ਉਸ ਆਡੀਓ ਦੇ ਬੇਸ 'ਤੇ ਤੁਸੀਂ 10 ਕੁਐਸਚਨਸ ਦੇ ਆਨਸਰ ਦੇਣੇ ਹੋਣਗੇ। ਪਰ ਅਗਰ ਤੁਹਾਡੇ ਕੋਈ 9 ਕਰੈਕਟ ਆਨਸਰਸ ਹੋ ਜਾਂਦੇ ਹੈ ਤਾਂ ਤੁਹਾਨੂੰ ਉਸ ਦੇ 9 ਮਾਰਕਸ ਮਿਲ ਜਾਣਗੇ। ਇੱਕ ਕੁਐਸਚਨ ਦੀ ਇਹਦੇ ਵਿੱਚ ਛੋਟ ਹੈ, 10 ਦੇ ਵਿੱਚੋਂ ਕੋਈ 9 ਠੀਕ ਹੋਣੇ ਜ਼ਰੂਰੀ ਹੈ। ਨੈਕਸਟ ਹੈ ਤੁਹਾਨੂੰ ਇੱਕ ਕਿਊ ਕਾਰਡ ਜਾਂ ਪਿਕਚਰ ਕਾਰਡ ਦਿੱਤਾ ਜਾਏਗਾ। ਉਸ ਕਾਰਡ ਨੂੰ ਦੇਖ ਕੇ ਤੁਸੀਂ ਕੁਝ ਸੈਂਟੈਂਸਸ ਬੋਲਣੇ ਹੋਣਗੇ ਅਤੇ ਉਹ ਤੁਹਾਡੀ ਜਿਹੜੀ ਸਪੀਕਿੰਗ ਹੋਏਗੀ 6 ਮਾਰਕਸ ਦੀ। ਕਿਊ ਕਾਰਡ ਲੈ ਕੇ ਜਾਂ ਕੋਈ ਪਿਕਚਰ ਕਾਰਡ ਤੋਂ ਉਹਨੂੰ ਦੇਖ ਕੇ ਤੁਸੀਂ ਕੁਝ ਸੈਂਟੈਂਸਸ ਦੱਸਣੇ ਹੋਣਗੇ। ਸੋ ਬੇਟਾ ਇਹ ਸੀ ਤੁਹਾਡਾ ਟੋਟਲ ਪੇਪਰ ਦਾ ਪੈਟਰਨ। 40 ਮਾਰਕਸ ਦੀ ਤੁਹਾਡੀ ਥਿਊਰੀ ਹੈ ਅਤੇ 15 ਮਾਰਕਸ ਦਾ ਤੁਹਾਡਾ ਪ੍ਰੈਕਟੀਕਲ ਹੈ। 9 ਮਾਰਕਸ ਦੀ ਤੁਹਾਡੀ ਲਿਸਨਿੰਗ ਹੋਏਗੀ ਅਤੇ 6 ਮਾਰਕਸ ਦੀ ਤੁਹਾਡੀ ਸਪੀਕਿੰਗ ਹੋਏਗੀ। ਆਈ ਹੋਪ ਬੇਟਾ ਤੁਹਾਨੂੰ ਇਹ ਸਾਰਾ ਜਿਹੜਾ ਪੈਟਰਨ ਹੈ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ। ਥੈਂਕ ਯੂ, ਹੈਵ ਏ ਨਾਈਸ ਡੇ।